सोच के देखो, चारे पासे एक बहुत ही संघਣਾ ना खत्म होण वाला जंगल है ਤੇ ਦੋ ਮਹਾਨ ਸ਼ਖਸੀਅਤਾਂ ਇੱਕ ਲੰਬੇ ਅਤੇ ਥਕਾ ਦੇਣ ਵਾਲੇ ਸਫ਼ਰ ਤੇ ਤੁਰਦੀਆਂ ਜਾ ਰਹੀਆਂ ਨੇ। ਅੱਜ ਦੀ ਇਸ ਵਿਚਾਰ ਚਰਚਾ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਇੱਕ ਬਹੁਤ ਹੀ ਕਮਾਲ ਦੀ ਇਤਿਹਾਸਿਕ ਯਾਤਰਾ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਸਿਰਫ ਇੱਕ ਸਫ਼ਰ ਦੀ ਗੱਲ ਨਹੀਂ ਹੈ, ਬਲਕਿ ਇਹ ਸਾਨੂੰ ਅਧਿਆਤਮਿਕ ਪਰਿਵਰਤਨ ਅਤੇ ਇਲਾਹੀ ਕਿਰਪਾ ਯਾਨੀ ਕਿ ਨਦਰ ਦੀ ਅਸਲ ਤਾਕਤ ਬਾਰੇ ਦੱਸਦੀ ਹੈ। ਆਪਾਂ ਜਾਣਾਂਗੇ ਉਸ ਠੱਗਾਂ ਦੇ ਪਿੰਡ ਬਾਰੇ ਜਿਸ ਦੀ ਪੂਰੀ ਹੋਂਦ ਹੀ ਇੱਕ ਵੱਡੇ ਬਦਲਾਅ ਵਿੱਚੋਂ ਗੁਜ਼ਰਨ ਵਾਲੀ ਸੀ। ਹੁਣ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਆਉਂਦਾ ਹੋਵੇਗਾ ਕਿ ਅਸਲ ਵਿੱਚ ਇੱਕ ਜਗ੍ਹਾ ਨੂੰ ਉਜਾੜ ਕੀ ਬਣਾਉਂਦਾ ਹੈ। ਲਗਾਤਾਰ ਜੰਗਲਾਂ ਵਿੱਚ ਤੁਰਦਿਆਂ ਭਾਈ ਮਰਦਾਨਾ ਜੀ ਬਿਲਕੁਲ ਥੱਕ ਚੁੱਕੇ ਸਨ। ਉਹਨਾਂ ਨੇ ਥੋੜਾ ਨਿਰਾਸ਼ ਹੋ ਕੇ ਗੁਰੂ ਸਾਹਿਬ ਨੂੰ ਪੁੱਛਿਆ ਹੀ ਲਿਆ ਕਿ ਭਾਵੇਂ ਇਹ ਕਿਹੋ ਜਿਹੀ ਉਜਾੜ ਹੈ, ਇਹ ਜੰਗਲ ਖਤਮ ਕਿਉਂ ਨਹੀਂ ਹੋ ਰਿਹਾ। ਦੇਖੋ, ਉਹਨਾਂ ਲਈ ਜਿੱਥੇ ਕੋਈ ਇਨਸਾਨੀ ਵਸੋਂ ਨਹੀਂ ਸੀ ਉਹ ਥਾਂ ਉਜਾੜ ਸੀ, ਪਰ ਗੁਰੂ ਨਾਨਕ ਦੇਵ ਜੀ ਦਾ ਨਜ਼ਰੀਆ ਬਿਲਕੁਲ ਵੱਖਰਾ ਸੀ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਇੱਕ ਦਰਖਤ ਦੀ ਛਾਂ ਹੇਠ ਆਰਾਮ ਕਰਨ ਲਈ ਕਿਹਾ ਅਤੇ ਇੱਕ ਅਜਿਹੀ ਡੂੰਗੀ ਗੱਲ ਕਹੀ ਜਿਸ ਨੇ ਉਜਾੜ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ। ਗੁਰੂ ਸਾਹਿਬ ਦਾ ਜਵਾਬ ਸੁਣਨ ਵਾਲਾ ਸੀ। ਉਹਨਾਂ ਨੇ ਸਮਝਾਇਆ ਕਿ ਭੌਤਿਕ ਸੁਨਸਾਨਤਾ ਜਾਂ ਖਾਲੀਪਨ ਕਿਸੇ ਥਾਂ ਨੂੰ ਉਜਾੜ ਨਹੀਂ ਬਣਾਉਂਦਾ। ਅਸਲ ਉਜਾੜ ਤਾਂ ਉਹ ਜਗ੍ਹਾ ਹੈ, ਭਾਵੇਂ ਉਹ ਸੋਨੇ ਦੇ ਮਹਿਲ ਹੀ ਕਿਉਂ ਨਾ ਹੋਣ, ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ। ਬਿਲਕੁਲ ਸਿੱਧੀ ਜਿਹੀ ਗੱਲ ਹੈ। ਜਿੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਇੱਕ ਰੇਗਿਸਤਾਨ ਵੀ ਵਸਦਾ ਨਗਰ ਅਤੇ ਮਹਿਲ ਬਣ ਜਾਂਦਾ ਹੈ। ਅਸਲ ਉਜਾੜ ਸਾਡਾ ਅਧਿਆਤਮਿਕ ਖਾਲੀਪਣ ਹੈ। ਇਸ ਵਿਚਾਰ ਨੇ ਭਾਈ ਮਰਦਾਨਾ ਜੀ ਦੇ ਮਨ ਨੂੰ ਸ਼ਾਂਤੀ ਦਿੱਤੀ ਤੇ ਉੱਥੇ ਜੰਗਲ ਵਿੱਚ ਬੈਠ ਕੇ ਅਜਿਹਾ ਇਲਾਹੀ ਕੀਰਤਨ ਹੋਇਆ ਜਿਸ ਨੇ ਉਸ ਸੁਨਸਾਨ ਜਗ੍ਹਾ ਨੂੰ ਵੀ ਰੋਸ਼ਨ ਕਰ ਦਿੱਤਾ। ਖੈਰ, ਆਰਾਮ ਕਰਨ ਤੋਂ ਬਾਅਦ ਜਦੋਂ ਉਹ ਅੱਗੇ ਤੁਰੇ ਤਾਂ ਆਖਿਰਕਾਰ ਜੰਗਲ ਮੁੱਕਿਆ ਅਤੇ ਇੱਕ ਪਿੰਡ ਆਇਆ। ਭਾਈ ਮਰਦਾਨਾ ਜੀ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਸ਼ਾਇਦ ਇੱਥੇ ਕੁਝ ਖਾਣ ਪੀਣ ਨੂੰ ਮਿਲ ਜਾਏਗਾ, ਭਲੇ ਲੋਕਾਂ ਦੀ ਸੰਗਤ ਮਿਲੇਗੀ। ਪਰ ਇੱਥੇ ਇੱਕ ਬਹੁਤ ਵੱਡੀ ਵਿਡੰਬਨਾ ਹੈ। ਇਹ ਕੋਈ ਆਮ ਪਿੰਡ ਨਹੀਂ ਸੀ, ਇਹ ਤਾਂ ਪੂਰਾ ਠੱਗਾਂ ਦਾ ਪਿੰਡ ਸੀ। ਇੱਥੇ ਹਰ ਇੱਕ ਘਰ ਠੱਗਾਂ ਦਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦਾ ਆਪਣਾ ਇੱਕ ਪੀਰ ਵੀ ਸੀ ਜਿਸ ਦੀ ਜ਼ਿੰਮੇਵਾਰੀ ਸਿਰਫ ਇਹ ਹੁੰਦੀ ਸੀ ਕਿ ਲੁੱਟ ਦਾ ਮਾਲ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਵੇ। ਮਤਲਬ ਜਿਹੋ ਜਿਹੇ ਲੋਕ ਉਹੋ ਜਿਹਾ ਹੀ ਉਹਨਾਂ ਦਾ ਗੁਰੂ। ਤੇ ਇੱਥੇ ਸ਼ੁਰੂ ਹੁੰਦੀ ਹੈ ਅਸਲ ਖੇਡ। ਇਸ ਪਿੰਡ ਵਿੱਚ ਇੱਕ ਬਹੁਤ ਹੀ ਖਤਰਨਾਕ ਜਾਲ ਵਿਛਿਆ ਹੋਇਆ ਸੀ। ਇੱਕ ਪਾਸੇ ਜਿਵੇਂ ਹੀ ਯਾਤਰੀ ਪਿੰਡ ਵਿੱਚ ਦਾਖਲ ਹੋਏ ਤਾਂ ਠੱਗਾਂ ਨੇ ਬਹੁਤ ਹੀ ਮਿੱਠੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ। ਹਰ ਕੋਈ ਜ਼ਿੱਦ ਕਰ ਰਿਹਾ ਸੀ ਕਿ ਤੁਸੀਂ ਸਾਡੇ ਘਰ ਠਹਿਰੋ। ਪਰ ਦੂਜੇ ਪਾਸੇ ਉਹਨਾਂ ਦੇ ਇਰਾਦੇ ਬਹੁਤ ਕਾਲੇ ਸਨ। ਗੁਰੂ ਸਾਹਿਬ ਦਾ ਰੇਸ਼ਮੀ ਚੋਲਾ, ਚਿਹਰੇ ਦਾ ਅਦਭੁਤ ਨੂਰ ਅਤੇ ਭਾਈ ਮਰਦਾਨਾ ਜੀ ਦੀ ਰਿਬਾਬ ਦੇਖ ਕੇ ਠੱਗਾਂ ਨੇ ਅੰਦਾਜ਼ਾ ਲਗਾ ਲਿਆ ਕਿ ਇਹ ਕੋਈ ਬਹੁਤ ਅਮੀਰ ਮੁਸਾਫਰ ਨੇ। ਯੋਜਨਾ ਇਹ ਸੀ ਕਿ ਇਹਨਾਂ ਨੂੰ ਆਪਣੇ ਘਰ ਲੈ ਜਾ ਕੇ ਜ਼ਹਿਰੀਲਾ ਖਾਣਾ ਖਵਾ ਕੇ ਜਾਂ ਸੁੱਤੇ ਪਏ ਕਤਲ ਕਰਕੇ ਇਹਨਾਂ ਦੀ ਸਾਰੀ ਦੌਲਤ ਲੁੱਟ ਲਈ ਜਾਵੇ। ਮਤਲਬ ਮਿੱਠੀ ਜ਼ੁਬਾਨ ਦੇ ਪਿੱਛੇ ਮੌਤ ਦਾ ਵਪਾਰ ਲੁਕਿਆ ਹੋਇਆ ਸੀ। ਹੁਣ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ। ਜਦੋਂ ਇੱਕ ਠੱਗ ਉਹਨਾਂ ਨੂੰ ਆਪਣੇ ਘਰ ਲੈ ਗਿਆ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਖਤ ਹਦਾਇਤ ਕੀਤੀ ਕਿ ਦੇਖੋ, ਇੱਥੇ ਕੁਝ ਵੀ ਖਾਣਾ ਪੀਣਾ ਨਹੀਂ ਹੈ। ਜਦੋਂ ਭਾਈ ਮਰਦਾਨਾ ਜੀ ਨੇ ਥੋੜਾ ਡਰ ਕੇ ਕਿਹਾ ਕਿ ਫਿਰ ਸਾਨੂੰ ਉਸ ਉਜਾੜ ਤੋਂ ਬਚਾ ਕੇ ਇਸ ਮੁਸੀਬਤ ਵਿੱਚ ਕਿਉਂ ਲਿਆਂਦਾ, ਤਾਂ ਗੁਰੂ ਸਾਹਿਬ ਨੇ ਬਹੁਤ ਹੀ ਕ੍ਰਾਂਤੀਕਾਰੀ ਗੱਲ ਕਹੀ। ਉਹਨਾਂ ਕਿਹਾ, ਅਸੀਂ ਇੱਥੋਂ ਭੱਜਾਂਗੇ ਨਹੀਂ। ਇਹ ਲੋਕ ਸਾਨੂੰ ਠੱਗਣਾ ਚਾਹੁੰਦੇ ਨੇ, ਪਰ ਅਸੀਂ ਇਹਨਾਂ ਨੂੰ ਠੱਗਾਂਗੇ। ਅਸੀਂ ਇਹਨਾਂ ਦੇ ਪਾਪਾਂ ਨੂੰ ਲੁੱਟ ਕੇ ਇਹਨਾਂ ਨੂੰ ਸਹੀ ਰਸਤੇ ਤੇ ਪਾਵਾਂਗੇ। ਇਹ ਕਿਸੇ ਆਮ ਇਨਸਾਨ ਦਾ ਨਹੀਂ, ਬਲਕਿ ਇੱਕ ਅਧਿਆਤਮਿਕ ਯੋਧੇ ਦਾ ਐਲਾਨ ਸੀ। ਉਹ ਰਾਤ ਬਿਲਕੁਲ ਕਿਸੇ ਸਸਪੈਂਸ ਥ੍ਰਿਲਰ ਵਾਂਗ ਸੀ। ਸ਼ਾਮ ਪੈਂਦਿਆਂ ਹੀ ਠੱਗਾਂ ਨੇ ਆਪਣੇ ਹਥਿਆਰ ਤਿੱਖੇ ਕਰਨੇ ਸ਼ੁਰੂ ਕਰ ਦਿੱਤੇ। ਉਹ ਬਸ ਉਡੀਕ ਕਰ ਰਹੇ ਸਨ ਕਿ ਕਦੋਂ ਇਹ ਮੁਸਾਫਿਰ ਸੌਣ ਤੇ ਕਦੋਂ ਅਸੀਂ ਆਪਣਾ ਕੰਮ ਕਰੀਏ। ਪਰ ਗੁਰੂ ਸਾਹਿਬ ਜਾਗਦੇ ਰਹੇ। ਅੱਧੀ ਰਾਤ ਨੂੰ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਇਲਾਹੀ ਕੀਰਤਨ ਸ਼ੁਰੂ ਹੋ ਗਿਆ। ਕੀਰਤਨ ਦੀ ਆਵਾਜ਼ ਵਿੱਚ ਅਜਿਹੀ ਸ਼ਾਂਤੀ, ਅਜਿਹਾ ਜਾਦੂ ਸੀ ਕਿ ਬਾਹਰ ਇੰਤਜ਼ਾਰ ਕਰ ਰਹੇ ਕਾਤਲਾਂ ਨੂੰ ਗੂੜ੍ਹੀ ਨੀਂਦ ਆ ਗਈ। ਤੜਕਸਾਰ ਜਦੋਂ ਸਾਰੇ ਠੱਗ ਸੁੱਤੇ ਪਏ ਸਨ, ਗੁਰੂ ਜੀ ਅਤੇ ਭਾਈ ਮਰਦਾਨਾ ਜੀ ਆਰਾਮ ਨਾਲ ਘਰੋਂ ਬਾਹਰ ਚਲੇ ਗਏ। ਜਦੋਂ ਸਵੇਰ ਹੋਈ ਤਾਂ ਠੱਗ ਪੂਰੀ ਤਰ੍ਹਾਂ ਉਲਝਣ ਵਿੱਚ ਸਨ। ਨਾ ਕੋਈ ਲਾਸ਼ਾਂ, ਨਾ ਦੌਲਤ ਤੇ ਮੁਸਾਫਿਰ ਵੀ ਗਾਇਬ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਸਵੇਰੇ ਬਾਕੀ ਪਿੰਡ ਵਾਲਿਆਂ ਨੇ ਉਸ ਮੇਜ਼ਬਾਨ ਠੱਗ ਤੇ ਇਲਜ਼ਾਮ ਲਗਾ ਦਿੱਤਾ ਕਿ ਭਾਈ ਤੂੰ ਤਾਂ ਸਾਰਾ ਮਾਲ ਖੁਦ ਹੀ ਹੜਪ ਲਿਆ। ਜਦੋਂ ਉਹ ਕਸਮਾਂ ਖਾਈ ਰਿਹਾ ਸੀ ਤਾਂ ਖਬਰ ਆਈ ਕਿ ਉਹ ਦੋਵੇਂ ਮੁਸਾਫਿਰ ਤਾਂ ਪਿੰਡ ਦੇ ਬਾਹਰ ਬੈਠੇ ਕੀਰਤਨ ਕਰ ਰਹੇ ਨੇ। ਇਹ ਸੁਣਦੇ ਹੀ ਸਾਰਾ ਪਿੰਡ ਤੇਜ਼ ਹਥਿਆਰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਿਆ।
ਉਹ ਪੂਰੇ ਗੁੱਸੇ ਵਿੱਚ ਸਨ ਕਿ ਰਾਤ ਤਾਂ ਬਚ ਗਏ ਪਰ ਹੁਣ ਨਹੀਂ ਛੱਡਦੇ। ਗੁਰੂ ਸਾਹਿਬ ਬਸ ਮੁਸਕਰਾਏ। ਉਹਨਾਂ ਨੇ ਬਹੁਤ ਸ਼ਾਂਤੀ ਨਾਲ ਦੱਸਿਆ ਕਿ ਸਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਤੁਹਾਡਾ ਪਿੰਡ ਠੱਗਾਂ ਦਾ ਏ ਤੇ ਤੁਹਾਡਾ ਇੱਕ ਪੀਰ ਵੀ ਏ ਜੋ ਮਾਲ ਵੰਡਦਾ ਏ। ਇਹ ਸੁਣ ਕੇ ਠੱਗ ਬਿਲਕੁਲ ਹੈਰਾਨ ਰਹਿ ਗਏ ਕਿ ਸਭ ਕੁਝ ਜਾਣਦੇ ਹੋਏ ਵੀ ਇਹ ਇੱਥੇ ਕਿਉਂ ਬੈਠੇ ਨੇ। ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਸੀ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਦੇਖੋ, ਜੇਕਰ ਤੁਸੀਂ ਸਾਨੂੰ ਮਾਰਨਾ ਹੀ ਚਾਹੁੰਦੇ ਹੋ ਤਾਂ ਬੇਸ਼ੱਕ ਮਾਰ ਲਓ, ਪਰ ਮਰਨ ਵਾਲੇ ਦੀ ਆਖਰੀ ਇੱਛਾ ਜ਼ਰੂਰ ਪੂਰੀ ਕਰਿਓ, ਸਾਡੇ ਸਰੀਰਾਂ ਦਾ ਸੰਸਕਾਰ ਕਰਿਓ। ਠੱਗ ਮੰਨ ਗਏ। ਗੁਰੂ ਜੀ ਨੇ ਕਿਹਾ ਕਿ ਪਹਿਲਾਂ ਲੱਕੜਾਂ ਅਤੇ ਅੱਗ ਦਾ ਇੰਤਜ਼ਾਮ ਕਰ ਲਓ। ਲੱਕੜਾਂ ਤਾਂ ਇਕੱਠੀਆਂ ਹੋ ਗਈਆਂ, ਪਰ ਅੱਗ ਲਿਆਉਣ ਲਈ ਗੁਰੂ ਸਾਹਿਬ ਨੇ ਦੂਰ ਉੱਠ ਰਹੇ ਇੱਕ ਧੂਏ ਵੱਲ ਇਸ਼ਾਰਾ ਕੀਤਾ। ਹੁਣ ਜਦੋਂ 3-4 ਠੱਗ ਉਸ ਧੂਏ ਵਾਲੀ ਜਗ੍ਹਾ ਤੋਂ ਅੱਗ ਲੈਣ ਪਹੁੰਚੇ ਤਾਂ ਉਹਨਾਂ ਨੇ ਜੋ ਦੇਖਿਆ, ਉਸਨੇ ਇਸ ਕਹਾਣੀ ਵਿੱਚ ਇੱਕ ਅਜਿਹਾ ਮੋੜ ਲਿਆਂਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਸੋਚੋ, ਤੁਸੀਂ ਅੱਗ ਲੈਣ ਜਾ ਰਹੇ ਹੋ ਤੇ ਸਾਹਮਣੇ ਕੀ ਦੇਖਦੇ ਹੋ? ਉੱਥੇ ਕਿਸੇ ਦਾ ਸੰਸਕਾਰ ਹੋਇਆ ਸੀ, ਚਿਖਾ ਬਲ ਰਹੀ ਸੀ, ਪਰ ਉਸ ਚਿਖਾ ਦੇ ਕੋਲ ਇੱਕ ਬ੍ਰਹਿਮੰਡੀ ਜੰਗ, ਇੱਕ ਕਾਜ਼ਮਿਕ ਬੈਟਲ ਚੱਲ ਰਹੀ ਸੀ। ਇੱਕ ਪਾਸੇ ਜਮਦੂਤ ਖੜੇ ਸਨ ਤੇ ਦੂਜੇ ਪਾਸੇ ਦੇਵਤੇ। ਜਮਦੂਤ ਦਾਅਵਾ ਕਰ ਰਹੇ ਸਨ ਕਿ ਇਹ ਮਰਨ ਵਾਲਾ ਵਿਅਕਤੀ ਮਹਾਪਾਪੀ ਸੀ, ਇਸਨੇ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਅਸੀਂ ਇਸ ਨੂੰ ਸਜ਼ਾ ਦੇਣ ਲਈ ਲੈ ਕੇ ਜਾਣਾ ਹੈ। ਪਰ ਕਮਾਲ ਦੀ ਗੱਲ ਦੇਖੋ, ਦੇਵਤੇ ਕਹਿ ਰਹੇ ਸਨ ਕਿ ਅਸੀਂ ਮੰਨਦੇ ਹਾਂ ਕਿ ਇਹ ਪਾਪੀ ਸੀ, ਪਰ ਹੁਣ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ, ਇਸ ਲਈ ਇਹ ਆਤਮਾ ਸਵਰਗ ਜਾਵੇਗੀ। ਠੱਗ ਇਹ ਸਾਰਾ ਦ੍ਰਿਸ਼ ਦੇਖ ਕੇ ਪੂਰੀ ਤਰ੍ਹਾਂ ਸੁੰਨ ਹੋ ਗਏ। ਹੁਣ ਸਵਾਲ ਇਹ ਹੈ ਕਿ ਇੱਕ ਮਹਾਪਾਪੀ ਅਚਾਨਕ ਬਖਸ਼ਿਆ ਕਿਵੇਂ ਗਿਆ? ਇਸ ਮਾਫੀ ਦਾ ਰਹੱਸ ਕੀ ਸੀ? ਜਦੋਂ ਜਮਦੂਤਾਂ ਨੇ ਉਹ ਸਵਾਲ ਪੁੱਛਿਆ ਤਾਂ ਦੇਵਤਿਆਂ ਨੇ ਜਵਾਬ ਦਿੱਤਾ, ਨਦਰ ਕਰਕੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਬਖਸ਼ਿਸ਼ ਦੀ ਨਜ਼ਰ ਇਸ ਬਲਦੀ ਚਿਖਾ ਤੇ ਪੈ ਗਈ ਹੈ। ਗੁਰੂ ਸਾਹਿਬ ਨੇ ਉਸ ਵੱਲ ਇਸ਼ਾਰਾ ਕੀਤਾ, ਆਪਣੀ ਨਦਰ ਕੀਤੀ, ਜਿਸ ਕਾਰਨ ਉਸਦੇ ਪਿਛਲੇ ਸਾਰੇ ਪਾਪ ਧੋਤੇ ਗਏ ਅਤੇ ਹੁਣ ਜਮਦੂਤਾਂ ਦਾ ਉਸਤੇ ਕੋਈ ਹੱਕ ਨਹੀਂ ਰਿਹਾ। ਦੇਖੋ, ਨਦਰ ਕੋਈ ਛੋਟੀ-ਮੋਟੀ ਗੱਲ ਨਹੀਂ ਹੈ, ਇਹ ਗੁਰੂ ਦੀ ਉਹ ਅਥਾਹ ਤਾਕਤ ਹੈ ਜੋ ਪਲਾਂ ਵਿੱਚ ਹੀ ਕਿਸੇ ਪਾਪੀ ਦੀ ਕਿਸਮਤ ਬਦਲ ਕੇ ਰੱਖ ਸਕਦੀ ਹੈ। ਜਦੋਂ ਠੱਗਾਂ ਨੇ ਬਹੁਤ ਹੀ ਹੈਰਾਨੀ ਨਾਲ ਪੁੱਛਿਆ ਕਿ ਭਾਈ, ਇਹ ਨਦਰ ਆਖਿਰ ਕਿਸ ਦੀ ਹੋਈ ਹੈ, ਤਾਂ ਦੇਵਤਿਆਂ ਨੇ ਦੱਸਿਆ, ਉਹੀ ਮੁਸਾਫਿਰ ਜਿਨ੍ਹਾਂ ਨੂੰ ਤੁਸੀਂ ਪਿੰਡ ਦੇ ਬਾਹਰ ਘੇਰਾ ਪਾਇਆ ਹੋਇਆ ਹੈ। ਬਸ ਫਿਰ ਕੀ ਸੀ? ਇਹ ਸੁਣਦੇ ਸਾਰ ਹੀ ਠੱਗਾਂ ਦੇ ਹੱਥੋਂ ਹਥਿਆਰ ਜ਼ਮੀਨ ਤੇ ਡਿੱਗ ਪਏ। ਉਹਨਾਂ ਦਾ ਸਾਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ। ਉਹ ਭੱਜ ਕੇ ਵਾਪਸ ਆਏ ਅਤੇ ਸਿੱਧਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਮਾਫੀਆ ਮੰਗਣ ਲੱਗੇ। ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਿਨ੍ਹਾਂ ਨੂੰ ਉਹ ਲੁੱਟਣ ਅਤੇ ਮਾਰਨ ਆਏ ਸਨ, ਉਹ ਤਾਂ ਅਸਲ ਵਿੱਚ ਦੁਨੀਆ ਦੇ ਪਾਪੀਆਂ ਦਾ ਉਧਾਰ ਕਰਨ ਵਾਲੇ ਸੱਚੇ ਪਾਤਸ਼ਾਹ ਨੇ। ਇਸ ਸਾਰੀ ਘਟਨਾ ਵਿੱਚੋਂ ਆਪਾਂ ਨੂੰ ਇੱਕ ਬਹੁਤ ਹੀ ਡੂੰਘੀ ਉਦਾਹਰਣ ਜਾਂ ਕਹਿ ਲਓ ਅਧਿਆਤਮਿਕ ਰੂਪਕ ਮਿਲਦਾ ਹੈ। ਗੱਲ ਇਹ ਹੈ ਕਿ ਕੁਝ ਲੋਕ ਗੁਰੂ ਦੀ ਸੰਗਤ ਵਿੱਚ ਰਹਿ ਕੇ ਚੰਦਨ ਵਰਗੇ ਹੋ ਜਾਂਦੇ ਨੇ, ਜੋ ਖੁਸ਼ਬੂ ਜਜ਼ਬ ਕਰਦੇ ਨੇ ਤੇ ਆਸ-ਪਾਸ ਫੈਲਾਉਂਦੇ ਨੇ। ਪਰ ਦੂਜੇ ਪਾਸੇ ਕੁਝ ਲੋਕ ਬਾਂਸ ਵਰਗੇ ਹੁੰਦੇ ਨੇ। ਬਾਂਸ ਭਾਵੇਂ ਚੰਦਨ ਦੇ ਕਿੰਨੇ ਵੀ ਨੇੜੇ ਉੱਗ ਪਵੇ, ਉਹ ਅੰਦਰੋਂ ਖੋਖਲਾ ਹੀ ਰਹਿੰਦਾ ਹੈ। ਉਸ ਤੇ ਚੰਦਨ ਦੀ ਸੁਗੰਧ ਦਾ ਕੋਈ ਅਸਰ ਨਹੀਂ ਹੁੰਦਾ। ਗੁਰੂ ਸਾਹਿਬ ਨੇ ਠੱਗਾਂ ਨੂੰ ਇਹ ਦੱਸਿਆ ਕਿ ਤੁਹਾਡਾ ਜੀਵਨ ਵੀ ਹੁਣ ਤੱਕ ਬਾਂਸ ਵਾਂਗੀ ਸੀ, ਗਿਆਨ ਅਤੇ ਸੱਚੀ ਭਾਵਨਾ ਤੋਂ ਬਿਲਕੁਲ ਖਾਲੀ। ਹੁਣ ਬਾਂਸ ਅੰਦਰੋਂ ਖੋਖਲਾ ਕਿਉਂ ਰਹਿੰਦਾ ਹੈ? ਕਿਉਂਕਿ ਉਸ ਵਿੱਚ ਥਾਂ-ਥਾਂ ਤੇ ਗੰਢਾਂ ਪਈਆਂ ਹੁੰਦੀਆਂ ਨੇ। ਇਹ ਗੰਢਾਂ ਸਾਡੇ ਅੰਦਰਲੇ ਵਿਕਾਰਾਂ ਦੀਆਂ ਪ੍ਰਤੀਕ ਨੇ। ਜੇਕਰ ਮਨ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ, ਗੁਰੂ ਤੇ ਪੂਰਾ ਵਿਸ਼ਵਾਸ ਨਹੀਂ ਹੈ, ਸਿੱਖਿਆਵਾਂ ਨੂੰ ਲੈ ਕੇ ਅੰਦਰ ਡੂੰਘੇ ਸ਼ੱਕ ਨੇ ਅਤੇ ਭਗਤੀ ਵਿੱਚ ਕੋਈ ਸੱਚਾ ਅਹਿਸਾਸ ਨਹੀਂ ਹੈ, ਤਾਂ ਇਨਸਾਨ ਅੰਦਰੋਂ ਖੋਖਲਾ ਹੀ ਰਹੇਗਾ। ਇਹ ਬੇਵਿਸ਼ਵਾਸੀ ਦੀਆਂ ਗੰਢਾਂ ਇਨਸਾਨ ਦਾ ਪਾਰ ਉਤਾਰਾ ਨਹੀਂ ਹੋਣ ਦਿੰਦੀਆਂ। ਠੱਗਾਂ ਅੰਦਰ ਵੀ ਬਿਲਕੁਲ ਇਹੋ ਗੰਢਾਂ ਸਨ, ਜਿਨ੍ਹਾਂ ਨੇ ਉਹਨਾਂ ਨੂੰ ਪਾਪ ਦੇ ਰਸਤੇ ਤੇ ਤੋਰਿਆ ਹੋਇਆ ਸੀ। ਸੋ ਅਸਲ ਗੱਲ ਕੀ ਨਿਕਲਦੀ ਹੈ ਕਿ ਬਾਹਰੀ ਦਿਖਾਵੇ ਦੀ ਕੋਈ ਕੀਮਤ ਨਹੀਂ ਹੁੰਦੀ। ਚਾਹੇ ਕੋਈ ਗੁਰੂ ਘਰ ਵਿੱਚ ਕਿੰਨੀ ਵੀ ਮਾਇਆ, ਕਿੰਨਾ ਵੀ ਪੈਸਾ ਭੇਟ ਕਰ ਦੇਵੇ, ਉਹ ਇਮਾਰਤਾਂ ਬਣਾਉਣ ਦੇ ਕੰਮ ਤਾਂ ਆ ਸਕਦੀ ਹੈ, ਪਰ ਉਹ ਪ੍ਰਵਾਨ ਨਹੀਂ ਹੁੰਦੀ ਜੇਕਰ ਉਸ ਵਿੱਚ ਭਾਵਨਾ ਨਾ ਹੋਵੇ। ਜੇਕਰ ਅੰਦਰ ਪ੍ਰੇਮ ਨਹੀਂ ਹੈ, ਸੱਚੀ ਸ਼ਰਧਾ ਨਹੀਂ ਹੈ, ਤਾਂ ਸਭ ਕੁਝ ਖਾਲੀ ਹੈ। ਗੁਰੂ ਮਹਾਰਾਜ ਸਿਰਫ ਪ੍ਰੇਮ ਦੇ ਭੁੱਖੇ ਨੇ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਨੇ ਹੀ ਪ੍ਰਭੂ ਨੂੰ ਪਾਇਆ ਹੈ। ਤੇ ਠੱਗ ਇਸੇ ਭਾਵਨਾ ਤੇ ਪ੍ਰੇਮ ਤੋਂ ਪੂਰੀ ਤਰ੍ਹਾਂ ਸਖਣੇ ਸਨ। ਪਰ ਜਦੋਂ ਠੱਗਾਂ ਦੇ ਅੰਦਰ ਉਹ ਭਾਵਨਾ ਪੈਦਾ ਹੋਈ, ਜਦੋਂ ਉਹਨਾਂ ਦਾ ਹਿਰਦਾ ਬਦਲਿਆ, ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਇਸ ਨਵੀਂ ਜ਼ਿੰਦਗੀ ਦਾ ਪਹਿਲਾ ਥੰਮ ਸੀ ਸੱਚੀ ਕਿਰਤ। ਗੁਰੂ ਜੀ ਨੇ ਉਹਨਾਂ ਨੂੰ ਠੱਗੀ, ਚੋਰੀ ਛੱਡ ਕੇ ਇਮਾਨਦਾਰੀ ਅਤੇ ਸੱਚੀ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ। ਤੁਹਾਨੂੰ ਯਾਦ ਹੋਵੇਗਾ ਕਿ ਬਾਅਦ ਵਿੱਚ ਗੁਰੂ ਸਾਹਿਬ ਨੇ ਆਪ ਕਰਤਾਰਪੁਰ ਸਾਹਿਬ ਵਿਖੇ ਹਲਵਾ ਕੇ ਪੂਰੀ ਦੁਨੀਆ ਨੂੰ ਸੱਚੀ ਕਿਰਤ ਦਾ ਅਮਲੀ ਸਬਕ ਸਿਖਾਇਆ ਸੀ। ਇਹ ਸਿਰਫ ਪੈਸੇ ਕਮਾਉਣ ਬਾਰੇ ਨਹੀਂ ਹੈ, ਇਹ ਤਾਂ ਆਪਣੀ ਕਮਾਈ ਵਿੱਚ ਸੱਚਾਈ ਅਤੇ ਇਮਾਨਦਾਰੀ ਨੂੰ ਸ਼ਾਮਿਲ ਕਰਨ ਬਾਰੇ ਹੈ। ਗੁਰੂ ਸਾਹਿਬ ਨੇ ਸਿਰਫ ਉਹਨਾਂ ਨੂੰ ਬਖਸ਼ਿਆ ਹੀ ਨਹੀਂ, ਬਲਕਿ ਉਸ ਪੂਰੇ ਪਿੰਡ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ।
ਉਹਨਾਂ ਨੇ ਜੀਵਨ ਜਿਉਣ ਦੇ 4 ਬਹੁਤ ਹੀ ਸਪਸ਼ਟ ਕਦਮ ਦਿੱਤੇ। ਪਹਿਲਾ, ਹਰ ਰੋਜ਼ ਪਰਮਾਤਮਾ ਦਾ ਨਾਮ ਜਪਣਾ। ਦੂਜਾ, ਸੱਚੀ ਕਿਰਤ ਕਰਨੀ। ਤੀਜਾ, ਦਸਵੰਧ ਕੱਢਣਾ, ਤੇ ਇਹ ਸਿਰਫ ਪੈਸੇ ਦਾ ਦਸਵੰਧ ਨਹੀਂ ਬਲਕਿ ਆਪਣੇ ਸਵਾਸਾਂ ਅਤੇ ਆਪਣੇ ਸਮੇਂ ਦਾ ਹਿੱਸਾ ਵੀ ਭਲੇ ਕੰਮਾਂ ਲਈ ਕੱਢਣਾ। ਅਤੇ ਚੌਥਾ, ਆਪਣਾ ਹੰਕਾਰ ਛੱਡ ਕੇ ਇਹ ਪਹਿਚਾਨਣਾ ਕਿ ਇੱਕ ਹੀ ਨੂਰ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਇਸ ਤਰ੍ਹਾਂ ਇੱਕ ਠੱਗਾਂ ਦਾ ਪਿੰਡ ਸਿੱਖਾਂ ਦੇ ਪਿੰਡ ਵਿੱਚ ਬਦਲ ਗਿਆ ਤੇ ਉਹਨਾਂ ਦਾ ਪੀਰ ਖੁਦ ਨਾਮ ਜਪਣ ਤੇ ਹੋਰਾਂ ਨੂੰ ਜਪਾਉਣ ਵਾਲਾ ਬਣ ਗਿਆ। ਹੁਣ ਜਿਵੇਂ ਆਪਾਂ ਇਸ ਵਿਚਾਰ ਚਰਚਾ ਦੇ ਅੰਤ ਵੱਲ ਆ ਰਹੇ ਹਾਂ, ਇਹ ਇਤਿਹਾਸਿਕ ਘਟਨਾ ਆਪਾਂ ਸਾਰਿਆਂ ਲਈ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦੀ ਹੈ। ਇਹ ਸਿਰਫ ਇਤਿਹਾਸ ਦੇ ਪੰਨਿਆਂ ਦੀ ਕਹਾਣੀ ਨਹੀਂ, ਇਹ ਅੱਜ ਵੀ ਸਾਡੇ ਤੇ ਓਨੀ ਹੀ ਢੁਕਵੀਂ ਹੈ। ਸੋਚੋ, ਜਦੋਂ ਵੀ ਸਾਨੂੰ ਗਿਆਨ ਮਿਲਦਾ ਹੈ ਜਾਂ ਚੰਗੀ ਸੰਗਤ ਮਿਲਦੀ ਹੈ ਤਾਂ ਕੀ ਆਪਾਂ ਉਸ ਦੀ ਸੁਗੰਧ ਨੂੰ ਅੰਦਰ ਜਜ਼ਬ ਕਰਦੇ ਹਾਂ, ਜਾਂ ਫਿਰ ਆਪਾਂ ਵੀ ਬੇਵਿਸ਼ਵਾਸੀ ਅਤੇ ਹੰਕਾਰ ਦੀਆਂ ਗੰਢਾਂ ਕਾਰਨ ਉਸ ਬਾਂਸ ਵਾਂਗ ਖੋਖਲੇ ਹੀ ਰਹਿ ਜਾਂਦੇ ਹਾਂ। ਗੁਰੂ ਸਾਹਿਬ ਦੀ ਨਜ਼ਰ ਤਾਂ ਹਮੇਸ਼ਾ ਰਹਿੰਦੀ ਹੈ, ਲੋੜ ਹੈ ਤਾਂ ਬਸ ਆਪਣੇ ਅੰਦਰ ਉਹ ਸੱਚੀ ਭਾਵਨਾ ਪੈਦਾ ਕਰਨ ਦੀ।